ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਅੰਦਰ ਸਾਨੂੰ ਸੋਝੀ ਦਿੰਦੇ ਨੇ। ਸਤਿਗੁਰੂ ਕਹਿੰਦੇ, ਹੇ ਮਨੁੱਖ, ਤੂੰ ਮਾਇਆ ਦੇ ਵਿੱਚ ਐਸਾ ਬਾਵਰਾ ਹੋਇਆ, ਐਸਾ ਕਮਲਾ ਹੋਇਆ ਕਿ ਤੈਨੂੰ ਮਾਇਆ ਤੋਂ ਬਿਨਾਂ ਹੋਰ ਕੁਝ ਸੁੱਝਦਾ ਹੀ ਨਹੀਂ। ਮਾਇਆ ਦੀ ਨੀਂਦ ਐਸੀ ਹੈ ਕਿ ਇਹਦੇ ਵਿੱਚ ਤੂੰ ਗਾਫਲ ਹੋ ਕੇ ਬੇਫਿਕਰ ਹੋ ਕੇ ਸੁੱਤਾ ਪਿਆ। ਸਤਿਗੁਰੂ ਕਹਿੰਦੇ, ਬਾਵਰੇ ਸੋਏ ਰਹੇ। ਹੇ ਬਾਵਰੇ, ਹੇ ਕਮਲੇ, ਤੂੰ ਸੁੱਤਾ ਪਿਆ, ਕੋਈ ਫਿਕਰ ਹੀ ਨਹੀਂ, ਕੋਈ ਚਿੰਤਾ ਹੀ ਨਹੀਂ। ਤੈਨੂੰ ਜਰਾ ਵੀ ਇਸ ਗੱਲ ਦਾ ਇਲਮ ਨਹੀਂ, ਜਰਾ ਵੀ ਇਸ ਗੱਲ ਦਾ ਗਿਆਨ ਨਹੀਂ, ਸਮਝ ਨਹੀਂ, ਹੋਸ਼ ਨਹੀਂ ਕਿ ਉਹ ਮੌਤ ਅੱਜ ਕੱਲ੍ਹ ਆਉਣ ਵਾਲੀ ਹੈ ਤੇ ਤੂੰ ਬੇਫਿਕਰ ਹੋ ਕੇ ਐਵੇਂ ਪਿਆ ਕਿ ਜਿਵੇਂ ਕੁਝ ਹੋਣ ਵਾਲਾ ਹੀ ਨਹੀਂ। ਸਤਿਗੁਰੂ ਕਹਿੰਦੇ, ਕੋਈ ਚਿੰਤਾ ਨਹੀਂ ਹੈ ਇਸ ਨੂੰ। ਚਿੰਤਾਵਾਂ ਬੰਦੇ ਨੂੰ ਹੋਰ ਬਹੁਤ ਸਾਰੀਆਂ ਨੇ, ਘਰ-ਬਾਰ ਦੀਆਂ, ਪੈਸੇ ਧੇਲੇ ਦੀਆਂ, ਕੰਮ ਧੰਦਿਆਂ ਦੀਆਂ, ਬੱਚਿਆਂ ਦੀਆਂ, ਦੁੱਖਾਂ ਰੋਗਾਂ ਤਕਲੀਫਾਂ ਦੀਆਂ ਬੇਅੰਤ ਚਿੰਤਾਵਾਂ ਨੇ। ਪਰ ਸਤਿਗੁਰੂ ਕਹਿੰਦੇ, ਇਸ ਨੂੰ, ਇਸ ਗੱਲ ਦੀ ਜਰਾ ਵੀ ਚਿੰਤਾ ਨਹੀਂ ਹੈ ਕਿ ਮੈਂ ਉਸ ਵਾਹਿਗੁਰੂ ਨੂੰ ਕਦੇ ਸਿਮਰਿਆ ਹੀ ਨਹੀਂ। ਇਸ ਗੱਲ ਦਾ ਜਰਾ ਵੀ ਖਿਆਲ ਨਹੀਂ ਹੈ ਕਿ ਮੌਤ ਦੀ ਫਾਹੀ ਅੱਜ ਕੱਲ੍ਹ ਗਲ ਪੈਣ ਵਾਲੀ ਹੀ ਹੈ। ਮਾਇਆ ਦੀ ਨੀਂਦ ਵਿੱਚ ਐਸਾ ਗਹਿਰਾ ਮਨੁੱਖ ਸੁੱਤਾ ਪਿਆ, ਬੜਾ ਗਹਿਰਾ, ਬੜੀ ਗੂੜੀ ਨੀਂਦ ਹੈ। ਜਿਵੇਂ ਜਿਸ ਨੂੰ ਬਹੁਤ ਗੂੜੀ ਨੀਂਦ ਹੋਵੇ ਨਾ, ਬੜੀ ਗਹਿਰੀ ਨੀਂਦ ਹੋਵੇ, ਉਹਨੂੰ ਕਈ ਵਾਰੀ ਉਠਾ ਲਓ, ਕਈ ਆਵਾਜ਼ਾਂ ਮਾਰੋ, ਤਾਂ ਵੀ ਉਸ ਨੂੰ ਉਠਾਇਆ ਨਹੀਂ ਜਾ ਸਕਦਾ, ਤਾਂ ਵੀ ਉਹਦੀ ਜਾਗ ਨਹੀਂ ਖੁੱਲਦੀ, ਕਿਉਂਕਿ ਉਹ ਐਸੇ ਆਪਣੇ ਸੁਪਨਿਆਂ ਵਿੱਚ ਗਵਾਚਾ ਹੋਇਆ, ਮਾਇਆ ਦੇ ਸੁਪਨੇ, ਕਿ ਉਸ ਨੂੰ ਸਮਝ ਨਹੀਂ ਆਉਂਦੀ। ਜਿਵੇਂ ਨੀਂਦ ਦੇ ਵਿੱਚ, ਸੁਪਨਿਆਂ ਵਿੱਚ ਆਦਮੀ ਉਲਝਿਆ ਹੁੰਦਾ ਹੈ, ਉਹ ਸੁਪਨਿਆਂ ਦੇ ਵਿੱਚ ਆਨੰਦ ਲੈ ਰਿਹਾ ਹੈ, ਬੜੇ ਸੁੱਖ ਭੋਗ ਰਿਹਾ ਹੈ, ਬੜੀਆਂ ਚੀਜ਼ਾਂ ਦੇ ਸਵਾਦ ਲੈ ਰਿਹਾ ਹੈ, ਇਸ ਲਈ ਉਹਦੇ ਵਿੱਚੋਂ ਉਹਨੂੰ ਉਠਾਉਣਾ ਬੜਾ ਮੁਸ਼ਕਲ ਹੈ। ਐਸਾ ਹੀ ਜਿਹੜਾ ਬੰਦਾ ਸੰਸਾਰ ਦੀ ਮਾਇਆ ਦੇ ਵਿੱਚ ਉਲਝਿਆ ਹੋਇਆ, ਕਾਮ ਕ੍ਰੋਧ ਵਿੱਚ ਫਸਿਆ ਹੋਇਆ, ਪੈਸੇ ਵਿੱਚ, ਰੰਗ ਰਲੀਆਂ ਵਿੱਚ ਉਲਝਿਆ ਹੋਇਆ, ਇਸ ਨੀਂਦ ਵਿੱਚੋਂ ਬੰਦੇ ਨੂੰ ਉਠਾਉਣਾ ਬੜਾ ਕਠਿਨ ਹੈ, ਬੜਾ ਔਖਾ ਹੈ ਇਸ ਨੂੰ ਨੀਂਦ ਵਿੱਚੋਂ ਉਠਾਉਣਾ। ਕਿਉਂਕਿ ਕਾਮ ਕ੍ਰੋਧ ਦੀ ਨੀਂਦ ਐਸੀ ਗਹਿਰੀ ਹੈ ਕਿ ਬੰਦੇ ਨੂੰ ਕੁਝ ਹੋਰ ਦਿਸਦਾ ਹੀ ਨਹੀਂ। ਜਿਵੇਂ ਜੇ ਕੋਈ ਆਦਮੀ ਸੁੱਤੇ ਆਦਮੀ ਨੂੰ ਜਗਾ ਦਿੰਦਾ ਹੈ
ਤਾਂ ਸਵੇਰੇ ਸਵੇਰੇ ਬੜਾ ਗੁੱਸਾ ਆਉਂਦਾ ਕਿ ਬੜਾ ਵਧੀਆ ਆਨੰਦ ਆ ਰਿਹਾ ਸੀ, ਬੜਾ ਵਧੀਆ ਮੈਂ ਸੁਪਨਾ ਦੇਖ ਰਿਹਾ ਸੀ, ਉਠਾਲ ਦਿੱਤਾ। ਤੁਸੀਂ ਕਈ ਵਾਰੀ ਵੇਖੋ ਕਿ ਤੁਸੀਂ ਬੱਚੇ ਨੂੰ ਉਠਾਉਂਦੇ ਹੋ ਕਿ ਸਕੂਲ ਦਾ ਟਾਈਮ ਹੋ ਗਿਆ, ਪਰ ਉਹ ਬੱਚਾ ਸੁੱਤਾ ਪਿਆ, ਉੱਠਦਾ ਨਹੀਂ। ਜੇ ਉਹ ਉੱਠ ਜਾਂਦਾ ਹੈ ਤਾਂ ਉੱਠ ਕੇ ਖਿੱਝਦਾ ਹੈ, ਗੁੱਸੇ ਹੁੰਦਾ, ਨਾਰਾਜ਼ ਹੁੰਦਾ, ਕਿਉਂਕਿ ਉਹ ਬੜਾ ਆਨੰਦ ਲੈ ਰਿਹਾ ਸੀ ਨੀਂਦ ਦਾ। ਬਿਲਕੁਲ ਐਸਾ ਹੀ ਜਦੋਂ ਕੋਈ ਸਾਧੂ, ਕੋਈ ਸੰਤ, ਕੋਈ ਗੁਰਮੁਖ, ਸਤਿਗੁਰੂ ਸਾਨੂੰ ਨੀਂਦ ਵਿੱਚੋਂ ਉਠਾਉਂਦਾ ਨਾ, ਸਾਨੂੰ ਇਸੇ ਤਰ੍ਹਾਂ ਹੀ ਦਿੱਕਤ ਹੁੰਦੀ ਹੈ। ਕਿਉਂਕਿ ਅਸੀਂ ਲੋਕ ਮਾਇਆ ਦੇ ਮੋਹ ਦੀ ਨੀਂਦ ਵਿੱਚ ਬੜੇ ਗਹਿਰੇ ਸੁੱਤੇ ਪਏ ਹਾਂ। ਅਸੀਂ ਇਹਦੇ ਵਿੱਚੋਂ ਉੱਠਦੇ ਨਹੀਂ। ਗੁਰੂ ਉਠਾਉਣ ਦਾ ਯਤਨ ਕਰਦਾ ਹੈ, ਇਸ ਲਈ ਸਾਨੂੰ ਗੁਰੂ, ਸਾਧੂ, ਭਗਤ, ਗੁਰਮੁਖ ਉਹ ਚੰਗੇ ਨਹੀਂ ਲੱਗਦੇ, ਕਿਉਂਕਿ ਉਹ ਸਾਨੂੰ ਇਸ ਨੀਂਦ ਵਿੱਚੋਂ ਉਠਾਉਂਦੇ ਨੇ, ਉਹ ਸਾਨੂੰ ਇਸ ਮਾਇਆ ਦੀ ਨੀਂਦ ਵਿੱਚੋਂ ਕੱਢਦੇ ਨੇ। ਉਹ ਸਹੀ ਕਰਮ ਕਰ ਰਹੇ ਨੇ, ਪਰ ਸਾਨੂੰ ਲੱਗਦਾ ਹੈ ਕਿ ਗਲਤ ਕਰ ਰਹੇ ਨੇ। ਜਿਵੇਂ ਤੁਸੀਂ ਬੱਚੇ ਨੂੰ ਉਠਾ ਕੇ ਸਹੀ ਕਰ ਰਹੇ ਹੋ, ਪਰ ਉਹ ਬੱਚੇ ਨੂੰ ਲੱਗਦਾ ਕਿ ਮੇਰੇ ਨਾਲ ਬੜਾ ਧੱਕਾ ਹੋ ਰਿਹਾ ਹੈ, ਮੇਰੇ ਨਾਲ ਜ਼ਬਰਦਸਤੀ ਹੋ ਰਹੀ ਹੈ। ਬਸ ਐਸਾ ਹੀ ਇਸ ਦੁਨੀਆ ਵਿੱਚ ਐਸਾ ਹੀ ਹੈ ਸਿਸਟਮ। ਤੁਸੀਂ ਕਿਸੇ ਦਾ ਭਲਾ ਕਰਨ ਚਾਹੋ ਤਾਂ ਲੋਕ ਸਮਝਣਗੇ ਕਿ ਤੁਸੀਂ ਉਹਦੇ ਦੁਸ਼ਮਣ ਹੋ। ਇੱਥੇ ਐਸਾ ਹੀ ਹੈ, ਕਿਸੇ ਦਾ ਭਲਾ ਕਰੋ, ਬੰਦਾ ਤੁਹਾਨੂੰ ਆਪਣਾ ਵੈਰੀ ਸਮਝ ਲੈਂਦਾ। ਇਸ ਕਰਕੇ ਅੱਜ ਦੇ ਸਮੇਂ ਵਿੱਚ ਲੋਕ ਕਿਸੇ ਦਾ ਭਲਾ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ ਨੇ, ਵਿਚਾਰਦੇ ਨੇ ਕਿ ਭਲਾ ਕਰੀਏ ਕਿ ਨਾ ਕਰੀਏ, ਕਿਉਂਕਿ ਇਹਦਾ ਨਤੀਜਾ ਪਤਾ ਨਹੀਂ ਕੀ ਨਿਕਲੇਗਾ। ਸਤਿਗੁਰੂ ਸਮਝਾਉਂਦੇ ਕਿ ਬੰਦਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਐਸਾ ਸੁੱਤਾ ਹੈ ਕਿ ਇਸ ਨੂੰ ਕੁਝ ਨਹੀਂ ਸੁੱਝਦਾ, ਇਹਨੂੰ ਕੁਝ ਨਜ਼ਰ ਨਹੀਂ ਆਉਂਦਾ। ਇਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਉੱਠਦਾ ਨਹੀਂ। ਸਾਡੇ ਆਲੇ ਦੁਆਲੇ ਸਾਰੇ ਜਗਾਉਣ ਦੇ ਹੀ ਯਤਨ ਨੇ। ਜਿੰਨੇ ਵੀ ਧਾਰਮਿਕ ਸਥਾਨ ਨੇ, ਧਰਮ ਸਥਾਨਾਂ ਵਿੱਚ ਹੋਣ ਵਾਲੀ ਪੂਜਾ ਪਾਠ, ਸਾਧਨਾ, ਕਥਾ, ਕੀਰਤਨ, ਇਹ ਸਭ ਬੰਦੇ ਨੂੰ ਜਗਾਉਣ ਦੇ ਉਪਰਾਲੇ ਨੇ ਕਿ ਬੰਦਾ ਕਿਸੇ ਤਰ੍ਹਾਂ ਜਾਗ ਪਵੇ। ਹੁਣ ਤਾਂ ਸਾਡੇ ਘਰਾਂ ਤੱਕ ਪਹੁੰਚ ਜਾਂਦੀ ਹੈ ਆਵਾਜ਼ ਕੀਰਤਨ ਦੀ, ਕਥਾ ਦੀ। ਹੁਣ ਤਾਂ ਪਾਠ ਸਾਡੇ ਘਰਾਂ ਤੱਕ ਪਹੁੰਚ ਜਾਂਦਾ। ਅਸੀਂ ਸੁੱਤੇ ਪਏ ਹੁੰਦੇ ਹਾਂ, ਸਾਡੇ ਟੀਵੀ ਰਾਹੀਂ ਸਾਡੇ ਘਰ ਆ ਪਹੁੰਚਦਾ ਹੈ ਕੀਰਤਨ, ਪਰ ਬੰਦਾ ਫਿਰ ਵੀ ਨਹੀਂ ਜਾਗਦਾ। ਪਹਿਲਾਂ ਤਾਂ ਬੰਦੇ ਦੇ ਕੋਲ ਬਹਾਨਾ ਸੀ, ਉਹਦੇ ਕੋਲ ਬਹਾਨਾ ਸੀ। ਉਹ ਕਹਿੰਦਾ ਜੀ ਮੈਂ ਬੜਾ ਬਿਜ਼ੀ ਹਾਂ, ਮੈਨੂੰ ਬੜੀ ਦਿੱਕਤ ਹੈ, ਕਿਉਂਕਿ ਮੈਂ ਕੰਮ ਧੰਦਿਆਂ ਵਿੱਚ ਉਲਝਿਆ, ਇਸ ਲਈ ਮੇਰੇ ਕੋਲ ਆਇਆ ਨਹੀਂ ਜਾਂਦਾ। ਚਲੋ ਸਾਇੰਸ ਨੇ ਉਹਨੂੰ ਸਹੂਲਤ ਦੇ ਦਿੱਤੀ ਕਿ ਉਹ ਘਰ ਬੈਠ ਕੇ ਵੀ ਸੁਣ ਲਵੇ, ਪਰ ਹੁਣ ਉਹ ਘਰ ਬੈਠ ਕੇ ਵੀ ਨਹੀਂ ਸੁਣ ਪਾਉਂਦਾ। ਉਹ ਆਪਣਾ ਸਵੇਰੇ ਸਵੇਰੇ ਉੱਠ ਕੇ ਵੀ ਨਹੀਂ ਸੁਣ ਪਾਉਂਦਾ। ਉਸ ਨੂੰ ਲੱਗਦਾ ਹੈ ਕਿ ਇਹ ਵੀ ਮੇਰੀ ਨੀਂਦ ਨੂੰ ਖਰਾਬ ਕਰਨ ਵਾਲਾ ਹੈ। ਇਸ ਲਈ ਲੋਕ ਜਾਗਣਾ ਨਹੀਂ ਚਾਹੁੰਦੇ। ਇਹ ਤਾਂ ਸਿਰਫ ਬਹਾਨੇ ਹੁੰਦੇ ਨੇ ਕਿ ਮੈਂ ਫਲਾਣੀ ਥਾਂ ਜਾ ਨਹੀਂ ਸਕਦਾ ਜਾਂ ਕੁਝ ਹੋਰ ਨਹੀਂ ਕਰ ਸਕਦਾ, ਕਿਉਂਕਿ ਨਾ ਜਾਗਣ ਦੇ ਲਈ ਬੰਦਾ ਬੜੇ ਯਤਨ ਕਰਦਾ ਹੈ। ਮਾਇਆ ਦੇ ਮੋਹ ਵਿੱਚੋਂ ਨਿਕਲਣਾ ਬੜਾ ਕਠਿਨ ਹੈ। ਇਸ ਲਈ ਸਤਿਗੁਰੂ ਕਹਿੰਦੇ ਬੰਦਾ ਬਾਵਰਾ ਹੈ, ਕਮਲਾ ਹੈ, ਨਾ ਸਮਝ ਹੈ, ਸਮਝਦਾ ਨਹੀਂ। ਜਿਸ ਦਿਨ ਇਹਦੀ ਜਾਗ ਖੁੱਲੇਗੀ ਉਸ ਦਿਨ ਬਹੁਤ ਦੇਰ ਹੋ ਚੁੱਕੀ ਹੋਵੇਗੀ। ਜਿਵੇਂ ਜਿਹੜਾ ਬੰਦਾ ਸਵੇਰ ਨੂੰ ਲੇਟ ਉੱਠਦਾ ਤਾਂ ਫਿਰ ਉਹਨੂੰ ਭਾਜੜ ਕਿਵੇਂ ਪੈਂਦੀ ਹੈ, ਉਹ ਕਿਵੇਂ ਭੱਜ ਦੌੜ ਕਰਦਾ, ਛੇਤੀ ਛੇਤੀ ਨਹਾਉਂਦਾ ਹੈ, ਛੇਤੀ ਛੇਤੀ ਪੱਗ ਬੰਨ੍ਹਦਾ ਹੈ, ਛੇਤੀ ਛੇਤੀ ਕੰਮ ਕਰਦਾ ਹੈ, ਛੇਤੀ ਛੇਤੀ ਖਾਣਾ ਖਾਂਦਾ ਹੈ, ਛੇਤੀ ਛੇਤੀ ਕਰਦਾ ਸਾਰਾ ਕੁਝ। ਤੇ ਇਸ ਛੇਤੀ ਛੇਤੀ ਦੇ ਚੱਕਰ ਵਿੱਚ ਸਾਰੇ ਕੰਮ ਅੱਧੇ ਅਧੂਰੇ ਰਹਿ ਹੁੰਦੇ ਨੇ। ਘਰ ਨੂੰ ਲੋਕ ਲਾ ਕੇ ਛੇਤੀ ਛੇਤੀ ਨਿਕਲਦਾ, ਜਦੋਂ ਆ ਕੇ ਦੇਖਦਾ ਕਾਰ ਕੋਲ ਕਿ ਚਾਬੀ ਤਾਂ ਕਾਰ ਦੇ ਅੰਦਰ ਰਹਿ ਗਈ, ਫਿਰ ਭੱਜਦਾ ਅੰਦਰ ਨੂੰ।
जिन्नी जल्दी करता है उन्ना ही लेट होता है। इसलिए ਜਿਹੜੇ लोग लेट जागते ने उन्हां दे नाल ऐसा ही हुंदा है। ਜਿਹੜੇ ਬੰਦੇ ਨੂੰ ਸਾਰੀ ਉਮਰ ਬੀਤ ਜਾਣ ਤੋਂ ਬਾਅਦ ਜਾ ਕੇ ਅਕਲ ਆਉਂਦੀ ਹੈ ਤਾਂ ਉਸ ਵਕਤ ਉਹਦੇ ਕੋਲ ਕਰਨ ਲਈ ਕੁਝ ਵੀ ਨਹੀਂ ਹੁੰਦਾ। ਤੇ ਜ਼ਿੰਦਗੀ ਦੇ 60-70 ਸਾਲ ਲੰਘਾ ਦਿੱਤੇ, ਮਰਨ ਵੇਲੇ ਜਾ ਕੇ ਸਮਝ ਆਈ ਤਾਂ ਉਸ ਵੇਲੇ ਉਹ ਕਰ ਕੁਝ ਨਹੀਂ ਸਕਦਾ। ਹੁਣ ਉਹ ਕੀ ਕਰੇਗਾ? ਹੁਣ ਭੱਜ ਭੱਜ ਕੇ ਕੀ ਕਰ ਲਏਗਾ? ਹੁਣ ਨਾ ਉਹ ਗੁਰਦੁਆਰੇ ਜਾਣ ਜੋਗਾ ਰਿਹਾ, ਨਾ ਉਹ ਪੂਜਾ ਪਾਠ ਕਰਨ ਜੋਗਾ ਰਿਹਾ, ਨਾ ਉਹਦੇ ਕੋਲ ਹੁਣ ਬੈਠਿਆ ਜਾਂਦਾ, ਨਾ ਉਹਦੇ ਕੋਲ ਹੁਣ ਤੁਰਿਆ ਜਾਂਦਾ, ਨਾ ਉਹਨੂੰ ਹੁਣ ਚੰਗੀ ਤਰ੍ਹਾਂ ਦਿਖਾਈ ਦਿੰਦਾ, ਨਾ ਚੰਗੀ ਤਰ੍ਹਾਂ ਸੁਣਾਈ ਦਿੰਦਾ। ਇਸ ਲਈ ਹੁਣ ਕੁਝ ਵੀ ਕਰਨ ਜੋਗਾ ਨਹੀਂ ਰਿਹਾ। ਜਦੋਂ ਮੌਕਾ ਸੀ ਉਦੋਂ ਜਾਗਿਆ ਨਹੀਂ, ਉਦੋਂ ਸਮਝ ਨਹੀਂ ਆਈ। ਹੁਣ ਸਮਝ ਆਈ ਤਾਂ ਹੁਣ ਕਰਨ ਲਈ ਕੁਝ ਨਹੀਂ ਹੈ। ਇਸ ਲਈ ਸਤਿਗੁਰੂ ਕਹਿੰਦੇ ਸਮੇਂ ਸਿਰ ਜਾਗ ਜਾਣਾ, ਆਹੀ ਮੌਕਾ ਹੈ ਸਾਡੇ ਕੋਲ ਜਾਗਣ ਦਾ, ਹੋਸ਼ ਵਿੱਚ ਆਉਣ ਦਾ। ਸਤਿਗੁਰੂ ਕਹਿੰਦੇ ਜਾਗ ਇਸ ਨੀਂਦ ਵਿੱਚੋਂ, ਜਾਗ ਰੇ ਮਨ ਜਾਗਨ ਹਾਰੇ। ਜਾਗ, ਕੱਲ ਤੇ ਨਾ ਛੱਡ। ਇਹ ਨਾ ਕਹਿ ਕਿ ਥੋੜੀ ਦੇਰ ਹੋਰ ਸਹੀ, ਹਲੇ ਹੋਰ ਕੰਮ ਕਰਨਾ ਹੈ, ਮੈਂ ਹਲੇ ਮੇਰੇ ਬੱਚੇ ਛੋਟੇ ਨੇ, ਹਜੇ ਮੈਂ ਇਹਨਾਂ ਨੂੰ ਪੜ੍ਹਾਉਣਾ ਹੈ। ਅਸੀਂ ਹਰ ਵਾਰੀ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦੇ ਹਾਂ ਕਿ ਹਾਲੇ ਮੇਰੇ ਬੱਚੇ ਵਿਆਹੁਣ ਵਾਲੇ ਨੇ, ਜਦੋਂ ਵਿਆਹੇ ਜਾਣਗੇ ਫਿਰ ਦੇਖਾਂਗਾ। ਉਹ ਵਿਆਹੇ ਜਾਂਦੇ ਨੇ, ਫਿਰ ਕਹਿੰਦਾ ਕਿ ਹਾਲੇ ਪੋਤਿਆਂ ਦਾ ਮੂੰਹ ਦੇਖ ਲਵਾਂ, ਪੋਤਿਆਂ ਦਾ ਮੂੰਹ ਵੀ ਵੇਖ ਲੈਂਦਾ। ਫਿਰ ਕਹਿੰਦਾ ਕਿ ਹਾਲੇ ਘਰ ਦੀਆਂ ਜ਼ਿੰਮੇਵਾਰੀਆਂ ਹੋਰ ਬਹੁਤ ਨੇ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਮੌਕੇ ਬੰਦੇ ਨੂੰ ਬਹੁਤ ਮਿਲਦੇ ਨੇ ਜੀਵਨ ਵਿੱਚ, ਪਰ ਕੋਈ ਨਾ ਕੋਈ ਬਹਾਨਾ, ਜਿਵੇਂ ਅਸੀਂ ਕਹਿੰਦੇ ਨਾ ਕਿ ਬਸ 5 ਮਿੰਟ ਹੋਰ ਸੌਂ ਲਵਾਂ, ਬਸ 5 ਮਿੰਟ ਹੋਰ, 5 ਮਿੰਟ ਕਰਦਿਆਂ ਕਰਦਿਆਂ ਟਾਈਮ ਲੰਘ ਜਾਂਦਾ ਹੈ। ਇਸੇ ਤਰ੍ਹਾਂ ਬਸ ਆਹ ਕੰਮ ਕਰ ਲਵਾਂ, ਬਸ ਆਹ ਫਲਾਣਾ ਕੰਮ ਕਰ ਲਵਾਂ, ਫਿਰ ਮੈਂ ਗੁਰਦੁਆਰੇ ਜਾਇਆ ਕਰਨਾ ਹੈ। ਬਸ ਆਹ ਕੰਮ ਕਰ ਲਵਾਂ, ਫਿਰ ਮੈਂ ਕੰਮ ਰੱਬ ਦਾ ਨਾਮ ਲਿਆ ਕਰਨਾ ਹੈ। ਬਸ ਇਵੇਂ ਕਰਦਿਆਂ ਕਰਦਿਆਂ ਜੀਵਨ ਗੁਜ਼ਰ ਜਾਂਦਾ ਹੈ। ਇਵੇਂ ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਜਾਂਦੀ, ਫਿਰ ਕਰਨ ਨੂੰ ਕੁਝ ਵੀ ਨਹੀਂ ਬਚਦਾ ਅਖੀਰ। ਇਸ ਲਈ ਫਿਰ ਉਹ ਬੰਦਾ ਜਿਹੜਾ ਜੀਵਨ ਵਿੱਚ ਕੁਝ ਨਹੀਂ ਕਰ ਸਕਿਆ, ਮਰਨ ਵੇਲੇ ਉਸ ਨੂੰ ਜੇ ਕਹੋ ਵੀ ਨਾ ਕਿ ਭਾਈ ਰੱਬ ਦਾ ਨਾਮ ਲੈ, ਤਾਂ ਉਹਦੇ ਕੋਲੋਂ ਮਰਨ ਵੇਲੇ ਵੀ ਨਹੀਂ ਲਿਆ ਜਾਂਦਾ, ਕਿਉਂਕਿ ਸੁਭਾਅ ਹੀ ਨਹੀਂ ਹੈ। ਸੁਭਾਅ ਨਹੀਂ ਹੈ, ਸੁਭਾਅ ਤਾਂ ਮਾਇਆ ਦਾ ਹੈ। ਸੁਭਾਅ ਤਾਂ ਧੀਆਂ ਪੁੱਤਾਂ ਦਾ ਸੀ, ਸਾਰੀ ਜ਼ਿੰਦਗੀ ਉਹਨਾਂ ਲਈ ਲਾਈ। ਇਸ ਲਈ ਮਰਨ ਵੇਲੇ ਵੀ ਬੰਦਾ ਉਹਨਾਂ ਨੂੰ ਯਾਦ ਕਰਦਾ ਕਿ ਭਾਈ ਮੇਰੇ ਨੇੜੇ ਆ ਜਾਓ। ਤਾਂ ਹੀ ਤਾਂ ਲੋਕ ਮਰਨ ਵੇਲੇ ਆਪਣੇ ਬੱਚਿਆਂ ਨੂੰ ਕੋਲ ਬੁਲਾਉਂਦੇ ਨੇ ਕਿ ਮੈਨੂੰ ਆਖਰੀ ਵੇਰਾਂ ਦੇਖ ਲੈਣ ਦਿਓ, ਮੈਂ ਆਖਰੀ ਵੇਰਾਂ ਵੇਖ ਲਵਾਂ, ਕਿਉਂਕਿ ਸਾਰੀ ਜ਼ਿੰਦਗੀ ਵੀ ਉਹਨਾਂ ਵਿੱਚ ਹੀ ਰਿਹਾ। ਜਿਸ ਦੀ ਔਲਾਦ ਨਹੀਂ ਹੁੰਦੀ ਉਹ ਫਿਕਰ ਕਰਦਾ ਆਪਣੀ ਮਾਇਆ ਦੀ, ਆਪਣੀਆਂ ਚੀਜ਼ਾਂ ਦੀ, ਕਿਉਂਕਿ ਉਹਨੂੰ ਪਤਾ ਕਿ ਮੇਰੇ ਪਿੱਛੇ ਸਾਂਭਣ ਵਾਲਾ ਕੋਈ ਨਹੀਂ ਹੈ। ਇਸ ਲਈ ਉਸ ਨੂੰ ਫਿਕਰ ਹੁੰਦੀ ਆਪਣੇ ਪੈਸੇ ਦੀ, ਆਪਣੀ ਦੌਲਤ ਸ਼ੌਹਰਤ ਦੀ, ਜ਼ਮੀਨ ਜਾਇਦਾਦ ਦੀ, ਪ੍ਰਾਪਰਟੀ ਦੀ। ਜਿਹਦੀ ਔਲਾਦ ਹੈ ਉਹ ਔਲਾਦ ਨੂੰ ਦੇਖਣਾ ਚਾਹੁੰਦਾ ਆਖਰੀ ਵੇਰਾਂ ਕਿ ਔਲਾਦ, ਕਿਉਂਕਿ ਉਹਨੇ ਸਾਂਭ ਲੈਣਾ ਸਾਰਾ ਕੁਝ ਮਗਰੋਂ। ਸਤਿਗੁਰੂ ਕਹਿੰਦੇ ਬੰਦਾ ਇਸ ਤਰ੍ਹਾਂ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ, ਜਾਗਦਾ ਨਹੀਂ। ਕਾਮ ਕ੍ਰੋਧ ਨੇ ਇਸ ਨੂੰ ਐਸਾ ਵਸ ਕੀਤਾ ਹੋਇਆ, ਐਸੀ ਗਹਿਰੀ ਨੀਂਦ ਵਿੱਚ ਹੈ ਕਿ ਇਸ ਨੂੰ ਸਭ ਦੇਖਣ ਦੇ ਬਾਵਜੂਦ ਵੀ ਸਮਝ ਨਹੀਂ ਆਉਂਦੀ। ਬਹੁਤ ਦਫਾ ਲੋਕਾਂ ਨੂੰ ਇਸ ਨੇ ਇਸ ਦੁਨੀਆ ਤੋਂ ਜਾਂਦਿਆਂ ਦੇਖਿਆ, ਬਹੁਤ ਦਫਾ ਲੋਕਾਂ ਨੂੰ ਮਰਦਿਆਂ ਦੇਖਿਆ, ਬਹੁਤ ਦਫਾ ਦੂਸਰਿਆਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਇਆ, ਬਹੁਤ ਦਫਾ ਅੰਤਿਮ ਅਰਦਾਸਾਂ ਵਿੱਚ ਸ਼ਾਮਲ ਹੋਇਆ, ਬਹੁਤ ਦਫਾ, ਕਈ ਦਫਾ ਇਸ ਨੇ ਲੋਕਾਂ ਨੂੰ ਇਸੇ ਤਰ੍ਹਾਂ ਦੁਨੀਆ ਤੋਂ ਜਾਂਦਿਆਂ ਦੇਖਿਆ, ਪਰ ਦੇਖਣ ਦੇ ਬਾਵਜੂਦ ਵੀ ਸਮਝਿਆ ਨਹੀਂ। ਇਸ ਕਰਕੇ ਸਤਿਗੁਰੂ ਨੇ ਬਾਵਲਾ ਕਿਹਾ, ਕਮਲਾ ਕਿਹਾ, ਕਿ ਸਮਝ ਹੀ ਨਹੀਂ ਆਉਂਦੀ ਇਹਨੂੰ, ਕਮਲਾ ਹੈ ਆਦਮੀ।
ਜਿਵੇਂ ਪਾਗਲ ਆਦਮੀ ਨੂੰ, ਕਮਲੇ ਆਦਮੀ ਨੂੰ ਕੀ ਪਤਾ ਲੱਗਦਾ? ਕੁਛ ਵੀ ਨਹੀਂ। ਉਹਦੇ ਸਾਹਮਣੇ ਲੋਕ ਨੱਚੀ ਜਾਣ, ਉਹਦੇ ਸਾਹਮਣੇ ਲੋਕ ਰੋਈ ਜਾਣ, ਉਹਨੂੰ ਕੀ ਫਰਕ ਪੈਂਦਾ? ਕੁਛ ਵੀ ਨਹੀਂ। ਉਹਨੂੰ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਉਹ ਤੇ ਹੈ ਹੀ, ਉਹਨੂੰ ਸਮਝ ਹੀ ਨਹੀਂ ਹੈ, ਕਮਲਾ ਹੈ। ਸਤਿਗੁਰੂ ਕਹਿੰਦੇ ਬੰਦਾ ਬਿਲਕੁਲ ਐਸਾ ਹੀ ਕਮਲਾ ਹੈ, ਇਸ ਨੂੰ ਕੁਛ ਨਹੀਂ ਸਮਝ ਆ ਰਿਹਾ। ਇਹਦੇ ਸਾਹਮਣੇ ਕੋਈ ਮਰ ਰਿਹਾ ਹੈ, ਇਹ ਤਾਂ ਵੀ ਮਾਇਆ ਵਿੱਚ ਉਲਝਿਆ। ਇਹਦੇ ਸਾਹਮਣੇ ਕੋਈ ਜਨਮ ਰਿਹਾ ਹੈ, ਇਹ ਤਾਂ ਵੀ ਮਾਇਆ ਵਿੱਚ ਉਲਝਿਆ। ਇਹ ਆਪਣੇ ਕਮਲੇਪਨ ਵਿੱਚ ਲੱਗਾ ਹੋਇਆ। ਇਹਨੂੰ ਮਾਇਆ, ਪੈਸੇ ਤੋਂ ਬਿਨਾਂ, ਚੀਜ਼ਾਂ ਤੋਂ ਬਿਨਾਂ ਹੋਰ ਕੁਝ ਦਿਸਦਾ ਸੁਝਦਾ ਹੀ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਕਮਲਾ ਆਦਮੀ ਆਪਣੇ ਕਮਲਪਨ ਵਿੱਚ ਪਿਆ ਹੋਇਆ। ਬਾਵਰੇ ਸੋਏ ਰਹੇ। ਸਤਿਗੁਰੂ ਕਹਿੰਦੇ ਹੇ ਬਾਵਰੇ, ਤੂੰ ਮਾਇਆ ਦੇ ਵਿੱਚ ਸੁੱਤਾ ਪਿਆ। ਮੋਹ ਕੁਟੰਬ ਬਿਖੈ ਰਸ ਮਾਤੇ। ਮੋਹ, ਕੁਟੰਬ ਮਤਲਬ ਪਰਿਵਾਰ। ਸਤਿਗੁਰੂ ਕਹਿੰਦੇ ਪਰਿਵਾਰ ਦਾ ਮੋਹ। ਸਭ ਤੋਂ ਪਹਿਲਾਂ ਬੰਦੇ ਨੂੰ ਸਭ ਤੋਂ ਵੱਡਾ ਮੋਹ ਪਰਿਵਾਰ ਦਾ ਹੁੰਦਾ ਹੈ, ਆਪਣੇ ਬੱਚਿਆਂ ਦਾ, ਪਤਨੀ ਦਾ। ਸਭ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਮੋਹ ਕੁਟੰਬ ਬਿਖੈ ਰਸ ਮਾਤੇ। ਮੋਹ ਦੇ ਕੁਟੰਬ ਵਿੱਚ, ਕੁਟੰਬ ਦੇ ਮੋਹ ਵਿੱਚ, ਰਸ ਵਿੱਚ ਮਸਤ ਹੋਇਆ ਪਿਆ। ਇਸ ਲਈ ਹਰ ਬੰਦੇ ਨੂੰ ਉਸ ਨੂੰ ਪੁੱਛੋ ਤਾਂ ਉਹ ਇਹੀ ਕਹਿੰਦਾ ਜੀ ਧੀਆਂ ਪੁੱਤਾਂ ਦੀ ਖਾਤਰ ਕਰਦੇ ਆ ਸਾਰਾ ਕੁਝ। ਬੇਈਮਾਨੀ ਵੀ ਉਹ ਕਹਿੰਦਾ ਮੈਂ ਧੀਆਂ ਪੁੱਤਾਂ ਲਈ ਕਰਦਾ, ਇਮਾਨਦਾਰੀ ਵੀ ਇਹਨਾਂ ਲਈ ਕਰਦਾ, ਦਿਨ ਰਾਤ ਮਿਹਨਤ ਕਰਦਾ ਤਾਂ ਬੱਚਿਆਂ ਲਈ ਕਰਦਾ ਜੀ। ਕੁਛ ਵੀ ਕਿਸੇ ਨੂੰ ਪੁੱਛੋ ਤਾਂ ਉਹਦਾ ਜਵਾਬ ਇਹੀ ਹੈ, ਹਰ ਪ੍ਰਾਣੀ ਦਾ, ਹਰ ਕਿਸੇ ਦਾ। ਸਤਿਗੁਰੂ ਕਹਿੰਦੇ ਬੰਦਾ ਉਹਨਾਂ ਦੇ ਮੋਹ ਵਿੱਚ ਐਸਾ ਉਲਝਿਆ, ਤੇ ਇਸ ਮੋਹ ਦੀ ਖਾਤਰ ਫਿਰ ਉਹ ਬੇਈਮਾਨੀ ਵੀ ਕਰਦਾ ਹੈ, ਰਿਸ਼ਵਤਖੋਰੀ ਵੀ ਕਰਦਾ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇੰਨੇ ਕੁ ਨਾਲ ਗੁਜ਼ਾਰਾ ਨਹੀਂ ਹੋਣਾ। ਇਸ ਲਈ ਫਿਰ ਉਹ ਇੱਧਰ ਉੱਧਰ ਹੱਥ ਪੈਰ ਮਾਰਦਾ ਹੈ। ਸਤਿਗੁਰੂ ਕਹਿੰਦੇ ਇਸ ਮੋਹ ਨੇ ਬੰਦੇ ਦੇ ਕੋਲੋਂ ਬਹੁਤ ਕੁਝ ਕਰਾਇਆ ਹੈ। ਮੋਹ ਬੰਦੇ ਕੋਲੋਂ ਬਹੁਤ ਕੁਝ ਕਰਾਉਂਦਾ ਹੈ। ਮੋਹ ਬੰਦੇ ਨੂੰ ਆਪਣਾ ਪਰਿਵਾਰ ਛੱਡ ਕੇ ਜਾਣ ਲਈ ਮਜਬੂਰ ਵੀ ਕਰ ਦਿੰਦਾ ਹੈ। ਇੱਕ ਤੇ ਹੈ ਨਾ ਕਿ ਮੋਹ ਦੇ ਬੱਚਿਆਂ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਕਿ ਜੀ ਮੈਨੂੰ ਮੋਹ ਬਹੁਤ ਹੈ। ਦੂਸਰਾ ਮੋਹ ਦੀ ਖਾਤਰ ਛੱਡ ਕੇ ਵੀ ਜਾਂਦਾ ਹੈ ਕਿ ਕੈਨੇਡਾ ਜਾ ਕੇ ਕੰਮ ਕਰੂੰਗਾ, ਪੈਸਾ ਕਮਾਊਂਗਾ ਬੱਚਿਆਂ ਦੀ ਖਾਤਰ, ਵਿਦੇਸ਼ ਜਾਵਾਂਗਾ, ਦੁਬਈ ਚਲਿਆ ਜਾਵਾਂਗਾ ਤੇ ਉੱਥੇ ਜਾ ਕੇ ਪੈਸਾ ਕਮਾਵਾਂਗਾ। ਮੋਹ ਦੀ ਖਾਤਰ, ਉਹ ਵੀ ਮੋਹ ਦੀ ਖਾਤਰ ਗਿਆ। ਇਸ ਲਈ ਮੋਹ ਛੱਡਣ ਲਈ ਵੀ ਨਹੀਂ ਕਹਿੰਦਾ ਤੇ ਮੋਹ ਨਾਲ ਵੀ ਨਹੀਂ ਰਹਿਣ ਦਿੰਦਾ। ਮੋਹ ਦੀ ਖਾਤਰ ਸਭ ਕੁਝ। ਸਤਿਗੁਰੂ ਕਹਿੰਦੇ ਮੋਹ ਕੁਟੰਬ ਬਿਖੈ ਰਸ ਮਾਤੇ। ਬੰਦਾ ਪਰਿਵਾਰ ਦੇ, ਕੁਟੰਬ ਦੇ ਮੋਹ ਵਿੱਚ ਐਸਾ ਰਚਿਆ ਹੋਇਆ, ਐਸਾ ਮਸਤ ਹੋਇਆ। ਮਿਥਿਆ ਗਹਿਨ ਗਹੇ। ਮਿਥਿਆ ਮਤਲਬ ਝੂਠਾ, ਝੂਠੀਆਂ ਚੀਜ਼ਾਂ, ਝੂਠਾ ਗਹਿਨ, ਝੂਠੀਆਂ ਚੀਜ਼ਾਂ ਨੂੰ ਗ੍ਰਹਿਣ ਕੀਤਾ ਹੋਇਆ, ਝੂਠੀਆਂ ਚੀਜ਼ਾਂ ਨੂੰ ਪਕੜ ਕੇ ਬੈਠਾ ਹੋਇਆ। ਅਸੀਂ ਸਭ ਝੂਠੀਆਂ ਚੀਜ਼ਾਂ ਨੂੰ ਫੜ ਕੇ ਬੈਠੇ ਹਾਂ। ਕੁਛ ਵੀ ਹੋਵੇ, ਸਾਡੇ ਕੋਲ ਕੁਛ ਵੀ ਹੈ ਇਸ ਵਕਤ, ਉਹ ਸਭ ਝੂਠਾ ਹੈ। ਕੋਈ ਵੀ ਚਿੰਨ੍ਹ, ਕੋਈ ਵੀ ਕਿਸੇ ਤਰ੍ਹਾਂ ਦੀ ਚੀਜ਼, ਕੋਈ ਵੀ ਕੱਪੜਾ ਲੀੜਾ, ਇਹ ਸਾਡਾ ਸਰੀਰ ਸਮੇਤ ਸਭ ਕੁਝ ਝੂਠ ਹੈ। ਕਿਉਂਕਿ ਜਿਹੜੀ ਚੀਜ਼ ਸਾਡੇ ਨਾਲ ਜਾਣੀ ਨਹੀਂ ਉਹ ਝੂਠ ਹੀ ਹੈ। ਕੁਛ ਸੱਚ ਹੈ ਸਾਡੇ ਕੋਲ, ਸੱਚ ਸਾਡੇ ਕੋਲ ਕੁਛ ਵੀ ਨਹੀਂ। ਜਿਹੜੇ ਸਾਡੇ ਖਿਆਲ, ਸਾਡੇ ਫੁਰਨੇ, ਸਾਡੇ ਵਿਚਾਰ, ਉਹ ਵੀ ਝੂਠੇ ਨੇ, ਕਿਉਂਕਿ ਉਹ ਵੀ ਮਾਇਆ ਦੇ ਹੀ ਨੇ। ਮਾਇਆ ਝੂਠੀ ਹੈ ਤਾਂ ਮਾਇਆ ਦੀਆਂ ਵਿਚਾਰਾਂ ਵੀ ਤਾਂ ਝੂਠੀਆਂ ਹੋਣਗੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਬੰਦੇ ਨੇ ਝੂਠੀਆਂ ਚੀਜ਼ਾਂ ਦੀ ਪਕੜੋ ਪਕੜੀ ਲਾਈ ਹੋਈ ਹੈ। ਮਿਥਿਆ ਗਹਿਨ ਗਹਿ, ਮਿਥਿਆ ਚੀਜ਼ਾਂ ਨੂੰ ਫੜਦਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਸੱਚ ਨੂੰ ਛੱਡ ਕੇ ਝੂਠ ਨਾਲ ਲੱਗਿਆ ਹੋਇਆ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪੁਰਾਨੈ। ਆਹ ਹਾਲਤ ਹੈ ਸਤਿਗੁਰੂ ਕਹਿੰਦੇ ਬੰਦੇ ਦੀ। ਇਸ ਲਈ ਮਿਥਨ ਮਨੋਰਥ ਸੁਪਨ ਆਨੰਦ। ਸਤਿਗੁਰੂ ਕਹਿੰਦੇ ਮਿਥਨ, ਮਿਥਨ ਮਤਲਬ ਮਿੱਥੀਆਂ ਹੋਈਆਂ ਚੀਜ਼ਾਂ, ਮਿਥਨ ਮਨੋਰਥ ਜਿਹੜੇ ਮਿੱਥੇ ਹੋਏ ਨੇ ਕਿ ਫਲਾਣੀ ਚੀਜ਼ ਮਿਲ ਜਾਵੇ, ਫਲਾਣੀ ਚੀਜ਼ ਹਾਸਲ ਕਰ ਲਵਾਂ। ਮਿੱਥਿਆ ਹੋਇਆ ਨਾ, ਕੋਈ ਟੀਚਾ ਮਿੱਥਿਆ ਹੋਇਆ ਬੰਦੇ ਨੇ ਕਿ ਫਲਾਣੀ ਥਾਂ ਤੇ ਪਹੁੰਚ ਗਿਆ ਨਾ ਮੈਂ ਤਾਂ ਬੜਾ ਸੁੱਖ ਭੋਗੂੰਗਾ, ਇੱਕ ਵਾਰੀ ਅਮਰੀਕਾ ਪਹੁੰਚ ਜਾਵਾਂ ਬਸ,
फिर तो मजे ही मजे ने, फिर तो आनंद ही आनंद है। मिथ्या मिथ लिया, कुछ टारगेट मान लिया कि बस आ फलानी पोस्ट ते पहुँच जावा, बस आ किसी तरह इत्थे तक मेरी प्रमोशन हो जाए तो गल बन जाए। सतगुरु कहते सुपन मनोरथ, उन्होंने सुपने लेंदा फिरदा है। असीं होर चीज़ों के सुपने कि वाह आ जिथे मैं रहिंदा ना, हुण बड़ा भीड़ भड़का जिहा हो गया, हुण किते दूर आ TDI सिटी च ले लवां मकान, थोड़ा जिहा शांत जिहा इलाका, आ किते दूर चल जावां अंसर सिटी वाल नूं। इस तरह फलानी थां हो जाए, फलानी थां चलिया जावां। सतगुरु कहते इस तरह के सुपने, क्योंकि सानू लगता है कि फलानी थां ते सुख मिलना है, फलानी थां ते आनंद मिलना है। मिथ लेंदे हैं असीं ना कुछ अपने मन विच कोई गल बिठा लेंदे हैं। साडे मन विच जिहड़ी गल बैठ जाती है, फिर उहदे ही सानू सुपने आउंदे रहिंदे ने। सतगुरु कहते मिथन मनोरथ सुपन आनंद, सुपनिਆਂ ਦੇ ਵਿੱਚ फिर उदों ही आनंद लैंदा फिरदा, उहदा ही स्वाद लैंदा फिरदा। मिथन मनोरथ सुपन आनंद उलास, मन मुख सत कहे। मनमुख बंदा, सतगुरु कहते अपने मन विच अपने मुख विच झूठियां चीज़ों ही सच कही जाता है, सुपने नूं ही सच समझी जाता है। जदों तक कोई चीज़ साडे कोल नहीं है, साडे तो दूर है, उदों तक वो चीज़ लगती है सुखदाई। क्योंकि जिहड़ी चीज़ असी जानी नहीं, असी वेखी नहीं, बस सुनिया है जां दूसरियां दे कोल देखी है, उदों तक वो सुखदाई लगती है, उदों तक वो आनंददाई लगती है। पर सानू ये थोड़ी ना पता है कि उस चीज़ दे कोई इफेक्ट भी होणगे, कोई उहदे गलत प्रभाव भी होणगे। सानू तो पता ही नहीं इस चीज़ का। कोई भी आदमी वो कदे भी किसी चीज़ दा औगण नहीं दसदा। तुसीं जिन्नियां भी एडवरटाइजमेंट आउंदियां अखबारां विच, TV विच, कदी उन्होंने अपना नैगेटिव पॉइंट दस्या कि इस चीज़ का आ नुकसान भी हुंदा है? अज तक कदे कोई कंपनी ऐसा नहीं करती कि इस चीज़ का आ भी नुकसान है। कभी कोई दसदा है? कोई नहीं दसदा। कदे ये भी नहीं दसदे कि आ चीज़ खरीद लो, ये 5-7 चीज़ां होर खरीदनियां पैणियां। कौन दसदा है? कोई भी नहीं। तुहानूं ये दस्सिया जाएगा कि एयर कंडीशन के आ फायदे ने, पर यह थोड़ी दसणगे कि ये बिजली का बिल भी आना है। ये थोड़ी दस्सिया जाता है। सिर्फ एक चीज़ उहदा प्लस पॉइंट दस्सिया जाता है कि आ फायदा है, आ लाभ है, आ चीज़ है, पर उहदा साइड इफेक्ट कदे नहीं कोई दसदा। जे कंपनियां वाले ये दसन लग जाण कि AC विच रहण नाल लोग बीमार हो जाते हैं, डिहाइड्रेशन की प्रॉब्लम हो जाती है, तो की उन्हां दा कोई AC खरीदेगा? कदे भी नहीं। इसलिए कदे भी उहदा नैगेटिव पॉइंट नहीं दस्सिया जाता। असीं लोग उन्हां चीज़ों नूं सच समझ लैंदे आ। सतगुरु कहते मन मुख सत कहे। मनमुख बंदा गलत चीज़ों नूं भी सच ही कहता रहिंदा है, सही ही कहता रहिंदा है, सही कहता रहिंदा है। असीं अड़ जांदे हां कि जो मैं कह रहा वो सच है। लोग लड़ते ने, झगड़ते ने। तुसीं पार्कां विच बैठे लोकां नूं देखो, शाम नूं गल्लां करदे आ, वो एवें खाम खा किसी गल दे उत्ते बहस करी जांदे ने बिना गल तो ही। सरकारां अपना काम कर रही ने, चंगा कर रही जां मंदा कर रही, लोग उहदे उत्ते चर्चा करी जांदे ने 2-2 घंटे बह के। हासिल कुछ भी नहीं हो रहा। किसी मंत्री ने विआह करा लिया, लोग इहदे उत्ते 2-2 घंटे विचारां करी जांदे ने कि क्यों करा लिया, छोटी कुड़ी ना कराया। इस तो पता लगता है कि साडे लोग सियाणे नहीं हैं, इन्हों समझ नहीं है। बस बेले ने की करना, मन बेला है, मन नूं कुछ ना कुछ ऐसा मसाला चाहिए है
ਜਿਵੇਂ ਨਿਊਜ਼ ਵਾਲੇ ਨੂੰ ਚਾਹੀਦਾ ਹੁੰਦਾ ਨਾ, ਮਨ ਵੀ ਸਾਡਾ ਰਿਪੋਰਟਰ ਹੀ ਹੈ ਅੱਜ ਦੀ ਭਾਸ਼ਾ ਵਿੱਚ, ਕਿ ਇਹਨੂੰ ਵੀ ਕੁਛ ਨਾ ਕੁਛ ਗੱਲ ਕਰਨ ਲਈ, ਸਵਾਦ ਲੈਣ ਲਈ ਮਸਾਲਾ ਕੋਈ ਨਾ ਕੋਈ ਚਾਹੀਦਾ, ਇੱਧਰ ਉੱਧਰ ਦੀਆਂ ਗੱਲਾਂ ਮਾਰਨ ਲਈ। ਸਤਿਗੁਰੂ ਕਹਿੰਦੇ ਮਨਮੁਖ ਬੰਦਾ ਇਸ ਤਰ੍ਹਾਂ ਦੀਆਂ ਫਾਲਤੂ ਗੱਲਾਂ ਵਿੱਚ ਉਲਝਿਆ ਰਹਿੰਦਾ ਹੈ। ਮਨ ਮੁਖ ਸੱਤ ਕਹੇ, ਮਨ ਵਿੱਚ ਮੁਖ ਵਿੱਚ ਝੂਠ ਨੂੰ ਹੀ ਸੱਚ ਸਮਝੀ ਜਾਂਦਾ ਹੈ। ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਸੁਪਨੇ ਨੂੰ ਸੱਚ ਸਮਝੀ ਬੈਠਾ। ਅੰਮ੍ਰਿਤ ਨਾਮ ਪਦਾਰਥ ਸੰਗੇ, ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਸੰਗ ਨਿਭਣ ਵਾਲਾ। ਅੰਮ੍ਰਿਤ ਨਾਮ ਪਦਾਰਥ ਸੰਗੇ, ਵਾਹਿਗੁਰੂ ਦਾ ਨਾਮ ਰੂਪੀ ਪਦਾਰਥ ਉਹ ਸਾਡੀ ਰੂਹ ਦਾ ਸਾਥੀ ਬਣਦਾ ਹੈ। ਸਤਿਗੁਰੂ ਕਹਿੰਦੇ ਤਿਲ ਮਰਮ ਨਾ ਲਹੇ, ਪਰ ਮਨਮੁਖ ਬੰਦਾ ਉਹਦਾ ਭੇਤ ਹੀ ਨਹੀਂ ਜਾਣਦਾ। ਤਿਲ, ਤਿਲ ਮਤਲਬ ਤਿਲ ਜਿੰਨਾ, ਜਰਾ ਜਿਹਾ ਵੀ ਉਹਦਾ ਪਤਾ ਹੀ ਨਹੀਂ, ਉਹਦੀ ਸਮਝ ਹੀ ਨਹੀਂ। ਬਾਕੀ ਸਭ ਚੀਜ਼ਾਂ ਦਾ ਪਤਾ ਹੈ, ਪਰ ਜਿਹੜੀ ਚੀਜ਼ ਨੇ ਨਾਲ ਨਿਭਣਾ ਉਹਦਾ ਪਤਾ ਹੀ ਨਹੀਂ। ਦੌਲਤ ਦਾ ਪਤਾ ਹੈ, ਪਰ ਉਸ ਦੌਲਤ ਦਾ ਪਤਾ ਹੀ ਨਹੀਂ ਜਿਹੜੀ ਦੌਲਤ ਸਾਡੇ ਨਾਲ ਨਿਭੇਗੀ, ਜਿਹੜੀ ਸਾਡੇ ਨਾਲ ਜਾਏਗੀ। ਗੁਰੂ ਨਾਨਕ ਸਾਹਿਬ ਨੂੰ ਦੁਨੀ ਚੰਦ ਮਿਲਿਆ ਸੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਕੁਛ ਦਾਨ ਕਰਨਾ ਚਾਹੁੰਦਾ। ਗੁਰੂ ਨਾਨਕ ਸਾਹਿਬ ਨੇ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਿਆ ਚੰਗੀ ਤਰ੍ਹਾਂ। ਸਤਿਗੁਰੂ ਕਹਿੰਦੇ ਤੇਰੇ ਕੋਲ ਹੈ ਕੀ ਦਾਨ ਕਰਨ ਨੂੰ? ਮੈਨੂੰ ਤੇ ਨਹੀਂ ਲੱਗਦਾ ਕਿ ਤੂੰ ਕੁਛ ਦਾਨ ਕਰ ਸਕਦਾ ਹੋਵੇਗਾ। ਉਸਨੇ ਕਿਹਾ ਕਿ ਤੁਸੀਂ ਮੈਨੂੰ ਜਾਣਦੇ ਨਹੀਂ, ਮੇਰੇ ਕੋਲ ਇੰਨਾ ਕੁ ਪੈਸਾ ਹੈ ਕਿ ਮੇਰੀਆਂ 7 ਪੀੜ੍ਹੀਆਂ ਵਿਹਲੀਆਂ ਬਹਿ ਕੇ ਖਾ ਸਕਦੀਆਂ, ਇੰਨੀ ਦੌਲਤ ਹੈ ਮੇਰੇ ਕੋਲ। ਮੇਰੇ ਕੱਪੜਿਆਂ ਤੋਂ ਅੰਦਾਜ਼ਾ ਨਾ ਲਾਓ। ਤੁਸੀਂ ਮੇਰਾ ਕੱਪੜਾ, ਮੇਰਾ ਪਹਿਰਾਵਾ ਦੇਖ ਕੇ ਸ਼ਾਇਦ ਤੁਸੀਂ ਸਮਝ ਗਏ ਹੋਵੋ ਕਿ ਇਹ ਤਾਂ ਕੰਗਾਲ ਆਦਮੀ ਹੈ, ਇਹ ਕੀ ਦਾਨ ਕਰੇਗਾ। ਮੇਰੇ ਕੋਲ ਇੰਨੀ ਦੌਲਤ ਹੈ ਕਿ ਮੇਰੀਆਂ ਕਈ ਪੀੜ੍ਹੀਆਂ ਵਿਹਲੀਆਂ ਬਹਿ ਕੇ ਖਾ ਸਕਦੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਠੀਕ ਹੈ ਭਾਈ, ਫਿਰ ਇੰਜ ਕਰ, ਆ ਇੱਕ ਸਾਡੇ ਵੱਲੋਂ ਇੱਕ ਛੋਟੀ ਜਿਹੀ ਭੇਟਾ ਇਹ ਰੱਖ ਲੈ ਆਪਣੇ ਕੋਲ, ਜਦੋਂ ਅਗਲੇ ਜਹਾਨ ਵਿੱਚ ਆਪਣਾ ਮੇਲ ਹੋਵੇਗਾ ਨਾ ਉੱਥੇ ਮੈਨੂੰ ਦੇ ਦੇਈਂ। ਗੁਰੂ ਨਾਨਕ ਸਾਹਿਬ ਨੇ ਸੂਈ ਦਿੱਤੀ ਇੱਕ, ਕਿ ਅਗਲੀ ਦੁਨੀਆ ਦੇ ਵਿੱਚ ਮਰਨ ਤੋਂ ਬਾਅਦ ਮੈਨੂੰ ਇਹ ਸੂਈ ਦੇ ਦੇਈਂ। ਉਹ ਲੈ ਕੇ ਘਰ ਆਇਆ। ਉਹਦੇ ਘਰ ਵਾਲੀ ਨੇ ਕਿਹਾ ਤੂੰ ਕਮਲਾ ਹੋ ਗਿਆ, ਕਦੀ ਮਰਨ ਤੋਂ ਬਾਅਦ ਵੀ ਕੋਈ ਬੰਦਾ ਆਪਣੇ ਨਾਲ ਕੋਈ ਚੀਜ਼ ਲੈ ਕੇ ਜਾ ਸਕਿਆ? ਉਹਨੂੰ ਸਮਝ ਆਈ। ਗੁਰੂ ਸਾਹਿਬ ਦੇ ਕੋਲ ਵਾਪਸ ਆਇਆ। ਉਸਨੇ ਕਿਹਾ ਜੀ ਇਹ ਸੌਦਾ ਬੜਾ ਮਹਿੰਗਾ ਹੈ, ਇਹ ਬੜਾ ਮਹਿੰਗਾ ਹੈ, ਮੈਂ ਇਹ ਸੂਈ ਤੁਹਾਨੂੰ ਵਾਪਸ ਨਹੀਂ ਦੇ ਸਕਾਂਗਾ, ਇਸ ਲਈ ਇਹ ਤੁਸੀਂ ਹੁਣੇ ਲੈ ਲਵੋ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੂੰ ਇੱਕ ਸੂਈ ਨਹੀਂ ਲਿਜਾ ਸਕਦਾ ਤੇ ਦੌਲਤ ਦਾ ਤੂੰ ਐਡਾ ਮਾਣ ਕਰਦਾ ਕਿ ਮੇਰੇ ਕੋਲ ਇੰਨੀ ਦੌਲਤ ਹੈ, ਤੂੰ ਮੈਨੂੰ ਦੱਸ ਕਿ ਤੂੰ ਉਹ ਨਾਲ ਲਿਜਾ ਸਕਦਾ? ਜਿਹੜੀ ਚੀਜ਼ ਤੇਰੇ ਨਾਲ ਨਿਭਣੀ ਹੈ ਉਸ ਚੀਜ਼ ਦਾ ਤੈਨੂੰ ਪਤਾ ਨਹੀਂ, ਜਿਹੜੀ ਚੀਜ਼ ਤੇਰੇ ਨਾਲ ਨਹੀਂ ਨਿਭਣੀ ਉਹਦੇ ਤੋਂ ਅੰਬਾਰ ਲਾਏ ਪਏ ਨੇ ਘਰ ਵਿੱਚ। ਦੁਨੀ ਚੰਦ ਨੇ ਆਪਣੇ ਘਰ ਦੇ ਬਾਹਰ ਕਈ ਝੰਡੇ ਲਾ ਰੱਖੇ ਸੀ ਕਿ ਇੰਨੇ ਕਰੋੜ ਦੌਲਤ ਹੈ ਮੇਰੇ ਕੋਲ, ਇੰਨੀਆਂ ਪੀੜ੍ਹੀਆਂ ਮੇਰੀਆਂ ਵਿਹਲੀਆਂ ਬਹਿ ਕੇ ਖਾ ਸਕਦੀਆਂ। ਸਤਿਗੁਰੂ ਕਹਿੰਦੇ ਜਿਹੜੀ ਚੀਜ਼ ਨੇ ਨਾਲ ਨਿਭਣਾ ਹੀ ਨਹੀਂ ਉਹਦੇ ਤੂੰ ਘਰ ਅੰਬਾਰ ਲਾਈ ਬੈਠਾ, ਤੇ ਜਿਸ ਨੇ ਨਾਲ ਨਿਭਣੇ ਉਹਦੀ ਤੈਨੂੰ ਸਮਝ ਹੀ ਨਹੀਂ ਹੈ, ਉਹਦਾ ਤੈਨੂੰ ਪਤਾ ਹੀ ਨਹੀਂ। ਨਾਮ ਪਦਾਰਥ, ਨਾਮ ਅੰਮ੍ਰਿਤ ਨਾਮ ਪਦਾਰਥ ਸੰਗੇ, ਜੋ ਸੰਗ ਨਿਭਣ ਵਾਲਾ ਉਹਦੀ ਸਾਨੂੰ ਸਮਝ ਨਹੀਂ ਹੈ। ਅਸੀਂ ਲੱਗੇ ਹੋਏ ਪੈਸਾ ਇਕੱਠਾ ਕਰਨ, ਅਸੀਂ ਲੱਗੇ ਹੋਏ ਆ ਘਰ-ਬਾਰ ਬਣਾਉਣ, ਅਸੀਂ ਲੱਗੇ ਹੋਏ ਆ ਸੰਸਾਰ ਦੀਆਂ ਚੀਜ਼ਾਂ ਵਿੱਚ, ਅਸੀਂ ਲੱਗੇ ਹੋਏ ਆ ਰੂਪ ਰੰਗ ਨੂੰ ਸ਼ਿੰਗਾਰਨ, ਅਸੀਂ ਲੱਗੇ ਹੋਏ ਆ ਘਰ-ਬਾਰ ਬਣਾਉਣ, ਅਸੀਂ ਲੱਗੇ ਹੋਏ ਆ ਮਹਿਲ ਮਾੜੀਆਂ ਇਕੱਠੇ ਕਰਨ, ਅਸੀਂ ਲੱਗੇ ਹੋਏ ਆ ਮਹਿੰਗੇ ਮਹਿੰਗੇ ਮੋਬਾਈਲ ਖਰੀਦਣ, ਅਸੀਂ ਲੱਗੇ ਹੋਏ ਆ ਸੋਨਾ ਚਾਂਦੀ ਖਰੀਦਣ।
ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜਿਹੜੀਆਂ ਚੀਜ਼ਾਂ ਸਾਡੀ ਰੂਹ ਨਾਲ ਕਦੇ ਨਿਭਦੀਆਂ ਹੀ ਨਹੀਂ। ਇਹਨਾਂ ਦੀ ਖਾਤਰ ਲੜਦੇ ਹਾਂ, ਇਹਨਾਂ ਦੀ ਖਾਤਰ ਮਰਦੇ ਹਾਂ, ਮਾਰਦੇ ਹਾਂ, ਪਰ ਉਹ ਨਾਮ ਪਦਾਰਥ, ਉਹਦੀ ਖਾਤਰ ਅਸੀਂ ਕਦੇ ਕੋਈ ਉਪਰਾਲਾ ਵੀ ਨਹੀਂ ਕਰਦੇ। ਮਰਨਾ ਮਾਰਨਾ ਤੇ ਦੂਰ ਦੀ ਗੱਲ ਹੈ, ਉਹਦੇ ਲਈ ਅਸੀਂ ਯਤਨ ਤੱਕ ਨਹੀਂ ਕਰਦੇ ਜਰਾ ਵੀ। ਲੋਕ ਜਰਾ ਵੀ ਖਿਆਲ ਨਹੀਂ ਕਰਦੇ ਕਿ ਜਿਹੜੀ ਚੀਜ਼ ਨਾਲ ਨਿਭਣ ਵਾਲੀ ਹੈ ਕਿ ਜਰਾ ਜਾਂ ਉਹਦੇ ਪ੍ਰਤੀ ਵੀ ਇੰਨੇ ਸੁਚੇਤ ਹੋ ਜਾਈਏ ਕਿ ਸਾਡੇ ਅੰਦਰ ਐਸੀ ਸੁਚੇਤਤਾ ਆ ਜਾਏ ਕਿ ਗੁਰੂ ਨਾਲੋਂ ਕਦੇ ਸਾਡਾ ਸੰਬੰਧ ਨਾ ਟੁੱਟੇ, ਕਿ ਕੁਝ ਵੀ ਹੋ ਜਾਏ, ਚਾਹੇ ਜੈਸੇ ਵੀ ਹਾਲਾਤ ਹੋਣ, ਗੁਰੂ ਨਾਲੋਂ ਸਾਂਝ ਨਹੀਂ ਤੋੜਨੀ, ਕਿਉਂਕਿ ਗੁਰੂ ਸੁੱਖ ਦੇਣ ਵਾਲਾ, ਗੁਰੂ ਆਨੰਦ ਦੇਣ ਵਾਲਾ। ਸਤਿਗੁਰੂ ਕਹਿੰਦੇ ਤਿਲ ਮਰਮ ਨਾ ਲਹੇ, ਇੱਕ ਤਿਲ ਜਿੰਨਾ ਵੀ ਬੰਦਾ ਭੇਤ ਨਹੀਂ ਜਾਣਦਾ ਵਾਹਿਗੁਰੂ ਦੇ ਨਾਮ ਦਾ। ਕਰ ਕਿਰਪਾ ਰਾਖੇ ਸਤ ਸੰਗੇ, ਹੇ ਸੱਚੇ ਪਾਤਸ਼ਾਹ ਕਿਰਪਾ ਕਰ ਸਾਨੂੰ ਗੁਰੂ ਦੇ ਸੰਗ ਜੋੜ ਲੈ। ਕਰ ਕਿਰਪਾ ਰਾਖੇ ਸਤ ਸੰਗੇ, ਨਾਨਕ ਸ਼ਰਨ ਆਹੇ। ਹੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਆਏ ਹਾਂ, ਕਿਰਪਾ ਕਰਕੇ ਆਪਣੇ ਸੰਗ ਵਿੱਚ ਰੱਖ ਲੈ ਕਿ ਸਾਡਾ ਮਨ ਇਹ ਮਾਇਆ ਵੱਲ ਨੂੰ ਨਾ ਦੌੜੇ, ਅਸੀਂ ਮਾਇਆ ਵਿੱਚ ਕਮਲੇ ਨਾ ਹੋਈਏ, ਮਾਇਆ ਵਿੱਚ ਕਮਲੇ ਹੋ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਨਾ ਸੋਈਏ। ਐਸੀ ਰਹਿਮਤ, ਐਸੀ ਬਖਸ਼ਿਸ਼ ਕਰ। ਸਤਿਗੁਰੂ ਕਿਰਪਾ ਕਰੇ, ਇਹ ਦਾਤ ਗੁਰੂ ਕਿਰਪਾ ਕਰਕੇ ਸਾਨੂੰ ਸਭ ਨੂੰ ਬਖਸ਼ੇ ਕਿ ਉਹਦੇ ਨਾਮ ਨਾਲ ਸਾਡੀ ਸਾਂਝ ਪਵੇ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।